ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ। ਨਰਿੰਦਰ ਸਿੰਘ ਕਪੂਰ ਹੁਣਾਂ ਦੀ ਕਿਤਾਬ ਬੁਨਿਆਦਾਂ ਦੇ ਵਿੱਚੋਂ ਬਹਾਦਰਾਂ ਦੀ ਸਵਾਰੀ ਘੋੜਾ। ਘੋੜੇ ਦੀ ਸਵਾਰੀ ਨਾਲ ਆਜ਼ਾਦੀ ਦਾ ਸਵਾਦਲਾ ਅਨੁਭਵ ਹੁੰਦਾ ਹੈ। ਮਨੁੱਖ ਵਿੱਚ ਇਹੋ ਜਿਹੀ ਦਲੇਰੀ, ਤਸੱਲੀ, ਪ੍ਰਸੰਨਤਾ ਅਤੇ ਸਵੈ ਵਿਸ਼ਵਾਸ ਘੋੜਾ ਉਪਜਾਉਂਦਾ ਹੈ, ਉਸ ਦੀ ਕੋਈ ਰੀਸ ਨਹੀਂ। ਕੋਈ ਸਮਾਂ ਸੀ ਜਦੋਂ ਪੁਰਸ਼ ਨੂੰ ਮਰਦ ਅਖਵਾਉਣ ਲਈ ਉਸ ਦਾ ਘੋੜਸਵਾਰ ਹੋਣਾ ਪਹਿਲੀ ਸ਼ਰਤ ਹੁੰਦੀ ਸੀ। ਮਨੁੱਖੀ ਸਭਿਅਤਾ ਦਾ ਇਤਿਹਾਸ ਘੋੜੇ ਦੀ ਪਿੱਠ ਤੇ ਉਕਰਿਆ ਹੋਇਆ ਹੈ। ਘੋੜੇ ਦੀ ਤੇਜ਼ ਰਫ਼ਤਾਰ ਸ਼ੇਰ ਅਤੇ ਚੀਤੇ ਦੀ ਸਿਰਜੀ ਹੋਈ ਹੈ, ਜਿਨ੍ਹਾਂ ਤੋਂ ਬਚਣ ਲਈ ਘੋੜੇ ਨੇ ਤੇਜ਼ ਦੌੜਨ ਦੀ ਯੋਗਤਾ ਉਪਜਾਈ। ਘੋੜਾ ਬੜੀ ਸੰਤੁਲਨ ਸਵਾਰੀ ਹੈ। ਇਹ ਸਵਾਰ ਨੂੰ ਡਿੱਗਣ ਨਹੀਂ ਦਿੰਦੀ। ਘੋੜਾ ਮਨੁੱਖ ਵਿੱਚੋਂ ਡਰ ਭਇਓ ਕੱਢ ਕੇ ਉਸ ਨੂੰ ਦਲੇਰ ਅਤੇ ਸਾਹਸੀ ਬਣਾਉਂਦਾ ਹੈ। ਘੋੜੇ ਦੀ ਸਵਾਰੀ ਨਾਲ ਵਿਕਲਾਂਗਾਂ ਅਤੇ ਮੰਦ ਬੁੱਧੀ ਵਾਲੇ ਰੋਗੀਆਂ ਲਈ ਇਲਾਜ ਸਾਬਤ ਹੁੰਦੀ ਹੈ। ਇਸ ਦੀ ਸਵਾਰੀ ਕਰਦਿਆਂ ਮਾਨਸਿਕ ਰੋਗੀ ਸੰਤੁਲਨ ਅਤੇ ਤਾਲਮੇਲ ਉਸਾਰ ਕੇ ਆਰੋਗ ਹੋ ਜਾਂਦੇ ਹਨ। ਇਸ ਦੀ ਸਵਾਰੀ ਨਾਲ ਤੌਖਲਿਆਂ ਅਤੇ ਦੁਚਿੱਤੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਮਨੁੱਖ ਵਿੱਚ ਜੀਵਨ ਨੂੰ ਬਦਲ ਦੇਣ ਵਾਲੀਆਂ ਤਬਦੀਲੀਆਂ ਵਾਪਰਦੀਆਂ ਹਨ। ਘੋੜੇ ਤੇ ਮਨੁੱਖ ਦੇ ਪਰਸਪਰ ਰਿਸ਼ਤੇ ਨੇ ਦੋਹਾਂ ਨੂੰ ਬਦਲਿਆ ਹੈ। ਇਸ ਦੇ ਸੰਪਰਕ ਵਿੱਚ ਆ ਕੇ ਪਿਛਲੱਗ ਮਨੁੱਖ ਆਗੂ ਬਣ ਜਾਂਦੇ ਹਨ ਤੇ ਪਸ਼ੂਆਂ ਵਿੱਚੋਂ ਮਨੁੱਖ ਨੂੰ ਕੇਵਲ ਸ਼ੇਰ ਅਤੇ ਘੋੜਾ ਖਵਾਉਣਾ ਪ੍ਰਵਾਨ ਹੈ। ਅਜੋਕੀਆਂ ਓਲੰਪਿਕ ਖੇਡਾਂ ਵਿੱਚ ਲਗਭਗ 20 골ਡ ਮੈਡਲ ਘੋੜਿਆਂ ਦੀਆਂ ਖੇਡਾਂ ਅਤੇ ਕਰਤਬਾਂ ਨਾਲ ਸੰਬੰਧਿਤ ਹਨ। ਅਜੋਕੇ ਦੌਰ ਵਿੱਚ ਘੋੜੇ ਨਾਲ ਸੰਪਰਕ ਟੁੱਟ ਜਾਣ ਕਾਰਨ ਮਨੁੱਖ ਵਿੱਚ ਇਨਸਾਨੀ ਗੁਣਾਂ ਦੀ ਘਾਟ ਨਜ਼ਰ ਆਉਂਦੀ ਹੈ। ਘੋੜੇ ਤੇ ਬੈਠਾ ਸਵਾਰ ਅਸਲੋਂ ਚੰਗੇਰਾ, ਉੱਚਾ ਅਤੇ ਰੋਹ ਵਾਲਾ ਦਿਸਦਾ ਹੈ, ਜਦੋਂ ਕਿ ਕਾਰ ਵਿੱਚ ਬੈਠਾ ਵਿਅਕਤੀ ਅਸਲ ਨਾਲੋਂ ਨੀਵਾਂ, ਸੁੰਗੜਿਆ ਅਤੇ ਦੁਬਕਿਆ ਹੋਇਆ ਪ੍ਰਤੀਤ ਹੁੰਦਾ ਹੈ। ਇੱਕ ਸਦੀ ਪਹਿਲਾਂ ਤੱਕ ਘੋੜਿਆਂ ਅਤੇ ਘੋੜੀਆਂ ਤੇ ਸਵਾਰ ਹੋ ਕੇ ਜਵਾਨ ਨਿਕਲਦੇ ਸਨ ਤਾਂ ਉਹ ਆਪਣੀਆਂ ਪ੍ਰੇਮ ਕਾਵਾਂ ਦੀਆਂ ਘੱਟ ਅਤੇ ਘੋੜੀਆਂ ਦੀਆਂ ਵੱਧ ਗੱਲਾਂ ਕਰਦੇ ਸਨ। ਉਦੋਂ ਸਾਹਿਬਾਂ ਵਰਗੀਆਂ, ਮਿਰਜ਼ੇ ਵਰਗੇ ਘੋੜਸਵਾਰਾਂ ਨਾਲ ਉਧਲਣ ਦੀ ਰੀਝ ਪਾਲਦੀਆਂ ਸਨ ਅਤੇ ਤੇਜ਼ ਦੌੜਨ ਵਾਲੀ ਘੋੜੀ ਤੇ ਉਛਲਦੇ ਉਹਨਾਂ ਦੇ ਸਰੀਰ ਜਦੋਂ ਆਪਸ ਵਿੱਚ ਭਿੜਦੇ ਸਨ ਤਾਂ ਉਹਨਾਂ ਨੂੰ ਅਸਮਾਨ ਜਿਤਨੇ ਝੂਟਿਆਂ ਦਾ ਆਨੰਦ ਆਉਂਦਾ ਸੀ। ਇਸੇ ਲਈ ਘੋੜੇ ਸਾਡੇ ਲੋਕ ਗੀਤਾਂ ਅਤੇ ਲੋਕ ਕਹਾਣੀਆਂ ਦੇ ਨਾਇਕ ਬਣੇ ਹਨ। ਘੋੜਾ ਆਪ ਬਹਾਦਰ ਹੈ, ਸੋ ਇਹ ਦਲੇਰ ਸਵਾਰੀ ਨੂੰ ਹੀ ਪਸੰਦ ਕਰਦਾ ਹੈ। ਘੋੜੇ ਦੀ ਕਾਠੀ ਸੰਤੁਲਨ ਅਤੇ ਲਗਾਮ ਕੰਟਰੋਲ ਲਈ ਹੁੰਦੀ ਹੈ। ਸਿਕੰਦਰ ਕੋਲ 10,000 ਬਹਾਦਰਾਂ ਦੀ ਘੋੜਸਵਾਰ ਫੌਜ ਸੀ। ਸਿਕੰਦਰ ਨੇ ਆਪਣੇ ਜੀਵਨ ਵਿੱਚ ਹਰੇਕ ਲੜਾਈ ਇਸ ਪੈਂਤੜੇ ਨਾਲ ਜਿੱਤੀ ਕਿ ਉਹ ਹੌਲੀ-ਹੌਲੀ ਲੜਾਈ ਨੂੰ ਫੈਸਲਾਕੁਨ ਮੋੜ ਤੇ ਲਿਆ ਕੇ ਯੁੱਧ ਦੇ ਮੈਦਾਨ ਵਿੱਚ ਆਪਣੀ ਘੋੜਸਵਾਰ ਫੌਜ ਉਤਾਰਦਾ ਸੀ, ਜਿਹੜੀ ਸਿਕੰਦਰ ਦੀ ਜਿੱਤ ਸਿਰਜ ਦਿੰਦੀ ਸੀ। ਸਿਕੰਦਰ ਦੇ ਘੋੜੇ ਖੰਭਾਂ ਤੋਂ ਬਿਨਾਂ ਉੱਡਦੇ ਸਨ, ਤਲਵਾਰ ਤੋਂ ਬਿਨਾਂ ਲੜਦੇ ਸਨ। ਉਹ ਦਿਸ ਹੱਦਿਆਂ ਨੂੰ ਨੇੜੇ ਲਿਆ ਕੇ ਅਸਮਾਨ ਨੂੰ ਧਰਤੀ ਤੇ ਉਤਾਰ ਦਿੰਦੇ ਸਨ। ਘੋੜਿਆਂ ਦੀ ਰਫ਼ਤਾਰ ਘੋੜ ਸਵਾਰਾਂ ਦੀ ਰਫ਼ਤਾਰ ਬਣ ਜਾਂਦੀ ਸੀ। ਜੇ ਘੋੜੇ ਤੇ ਚੜ੍ਹਿਆ ਆਉਂਦਾ ਨੈਪੋਲੀਅਨ 75,000 ਹਥਿਆਰਬੰਦ ਫੌਜੀਆਂ ਦੇ ਬਰਾਬਰ ਸਮਝਿਆ ਜਾਂਦਾ ਸੀ। ਜੇ ਕਿਸੇ ਵਿਅਕਤੀ ਵਿੱਚ ਘੋੜੇ ਤੇ ਬਹਿ ਕੇ ਸਵੈ ਵਿਸ਼ਵਾਸ ਨਹੀਂ ਉਪਜਦਾ ਤਾਂ ਇਹ ਹੋਰ ਕਿਸੇ ਢੰਗ ਨਾਲ ਨਹੀਂ ਉਪਜੇਗਾ। ਸੰਸਾਰ ਦੇ ਪ੍ਰਸਿੱਧ ਯੋਧੇ ਅਤੇ ਜਰਨੈਲ ਬਚਪਨ ਵਿੱਚ ਹੀ ਘੋੜ ਸਵਾਰੀ ਕਰਨ ਲੱਗ ਪਏ ਸਨ ਤੇ ਉਹਨਾਂ ਵਾਂਗ ਹੀ ਉਹਨਾਂ ਦੇ ਘੋੜੇ ਵੀ ਪ੍ਰਸਿੱਧ ਹੋਏ। ਸਿਕੰਦਰ ਵਾਂਗ ਨੈਪੋਲੀਅਨ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਅਬਦਾਲੀ ਤੇ ਮਹਾਰਾਜਾ ਰਣਜੀਤ ਸਿੰਘ ਆਦਿ ਆਪ ਘੋੜਸਵਾਰ ਸਨ ਤੇ ਘੋੜਿਆਂ ਦੇ ਪਾਰਖੂ ਵੀ ਸਨ। ਬਾਦਸ਼ਾਹਾਂ ਅਤੇ ਬਹਾਦਰਾਂ ਨੂੰ ਲੋਕ ਚੰਗੇ ਘੋੜੇ ਭੇਂਟ ਕਰਦੇ ਰਹੇ ਹਨ। ਮਨੁੱਖੀ ਸਮਾਜ ਦੇ ਵਿਕਾਸ ਵਿੱਚ ਘੋੜੇ ਦਾ ਵਡਮੁੱਲਾ ਯੋਗਦਾਨ ਹੈ। ਮਨੁੱਖ ਨੇ ਘੋੜਿਆਂ ਨਾਲ ਹੋਰ ਪਸ਼ੂਆਂ ਤੇ ਇੱਜੜਾਂ ਨੂੰ ਕਾਬੂ ਕਰਨਾ ਸਿੱਖਿਆ।
ਖੇਤੀ ਵਿਵਸਥਾ ਉਦੋਂ ਸੰਭਵ ਹੋਈ ਜਦੋਂ ਮਨੁੱਖ ਨੇ ਆਪਣੇ ਸਰੀਰਕ ਬਲ ਨਾਲ ਪਸ਼ੂ ਬਲ ਵਰਤਣਾ ਆਰੰਭ ਕੀਤਾ ਅਤੇ ਘੋੜਾ ਵਰਤ ਕੇ ਮਨੁੱਖ ਨੇ ਆਪਣੇ ਅਨੁਭਵ ਖੇਤਰ 40-50 ਮੀਲ ਵਿਸ਼ਾਲ ਕਰ ਲਿਆ। ਘੋੜੇ ਦੇ ਸਹਿਯੋਗ ਨਾਲ ਮਨੁੱਖ ਨੇ ਊਠਾਂ, ਹਾਥੀਆਂ, ਬਲਦਾਂ, ਗਊਆਂ ਅਤੇ ਮੱਝਾਂ ਨੂੰ ਸਾਂਭਣਾ ਸਿੱਖ ਆਰੰਭਿਆ। ਘੋੜੇ ਦੀ ਸਵਾਰੀ ਕਰਦਿਆਂ ਮਨੁੱਖ ਨੇ ਨਵੀਆਂ ਧਰਤੀਆਂ ਲੱਭੀਆਂ। ਘੋੜਾ ਸਾਡੇ ਸੱਭਿਆਚਾਰ ਦਾ ਵੀ ਅੰਗ ਹੈ। ਵਿਆਹ ਸਮੇਂ ਲਾੜਾ ਘੋੜੀ ਤੇ ਚੜ੍ਹ ਕੇ ਰਾਜੇ ਜਾਂ ਰਾਜਕੁਮਾਰ ਵਾਂਗ ਗਾਉਂਦਾ ਹੈ। ਲਾੜਾ ਘੋੜੀ ਤੇ ਇਸ ਲਈ ਬਿਠਾਇਆ ਜਾਂਦਾ ਹੈ ਤਾਂ ਕਿ ਉਸ ਦੇ ਮਰਦ ਹੋਣ ਅਤੇ ਉਸ ਦੀ ਸਮੁੱਚੀ ਸਿਹਤ ਦੀ ਤਸਦੀਕ ਹੋ ਜਾਵੇ। ਜੇ ਲਾੜੇ ਦੇ ਗੋਡੇ, ਮੋਢੇ, ਹੱਥ, ਕੂਹਣੀ, ਲੱਤ, ਪੈਰ ਵਿੱਚ ਕੋਈ ਨੁਕਸ ਹੋਵੇਗਾ ਤਾਂ ਉਹ ਘੋੜੀ ਤੋਂ ਉਤਰ ਨਹੀਂ ਸਕੇਗਾ, ਡਿੱਗੇਗਾ। ਘੋੜੇ ਵਿੱਚ ਬੜੀ ਤਾਕਤ ਹੁੰਦੀ ਹੈ ਤੇ ਇਸ ਨੂੰ ਤਾਕਤਵਰ ਵਿਅਕਤੀ ਹੀ ਕਾਬੂ ਕਰ ਸਕਦਾ ਹੈ। ਯੁੱਧ ਦੇ ਮੈਦਾਨ ਵਿੱਚ ਯੋਧੇ ਘੋੜਿਆਂ ਤੇ ਜਾਂਦੇ ਸਨ ਤੇ ਉਹਨਾਂ ਦੀ ਜਿੱਤ ਦੇ ਜਲੂਸ ਹਾਥੀਆਂ ਤੇ ਨਿਕਲਦੇ ਸਨ, ਜਿਨ੍ਹਾਂ ਦੇ ਅੱਗੇ ਕੋਤਲ ਘੋੜੇ ਨੱਚਦੇ ਸਨ। ਪੰਜਾਬ ਵਿੱਚ ਵੀ ਘੋੜੀ ਜੱਟ ਦੀ ਸ਼ਾਨ ਹੁੰਦੀ ਸੀ। ਜਦੋਂ ਕੋਈ ਸ਼ੌਕੀਨ ਜੱਟ ਰੇਸ਼ਮੀ ਡੋਰੀਆਂ ਨਾਲ ਸਜੀ ਘੋੜੀ ਤੇ ਚੜ੍ਹ ਕੇ ਮੇਲੇ ਜਾਂਦਾ ਸੀ ਤੇ ਸਾਰਾ ਮੇਲਾ ਉਸਦੇ ਮਗਰ ਲੱਗ ਜਾਂਦਾ ਸੀ। ਘੋੜਿਆਂ ਤੇ ਜਾਂਦੀ ਬਰਾਤ ਕਿਸੇ ਮਹਾਰਾਜੇ ਦੀ ਫੌਜ ਲੱਗਦੀ ਸੀ ਤੇ ਜੱਟ ਨੂੰ ਭਾਵੇਂ ਜ਼ਮੀਨ ਵੇਚਣੀ ਪਏ, ਉਹ ਘੋੜੀ ਚੰਗੀ ਹੀ ਰੱਖਦਾ ਸੀ। ਉਸ ਸਮੇਂ ਕਈ ਘੋੜਿਆਂ ਦੇ ਪਾਰਖੂ ਹੋਣ ਕਰਕੇ ਵੀ ਪ੍ਰਸਿੱਧ ਹੋ ਜਾਂਦੇ ਸਨ। ਕਹਿੰਦੇ ਨੇ ਕਿ ਇੱਕ ਵਾਰੀ ਇੱਕ ਪਾਰਖੂ ਅੰਨਾ ਹੋ ਗਿਆ, ਪਰ ਫਿਰ ਵੀ ਲੋਕ ਘੋੜਾ ਜਾਂ ਘੋੜੀ ਖਰੀਦਣ ਵਾਸਤੇ ਉਸ ਨੂੰ ਨਾਲ ਲੈ ਕੇ ਜਾਂਦੇ ਤੇ ਉਹ ਹੱਥ ਫੇਰ ਕੇ ਘੋੜੇ ਜਾਂ ਘੋੜੀ ਦੇ ਲੱਛਣ ਦੱਸ ਦਿੰਦਾ। ਨਾਮੀ ਡਾਕੂਆਂ ਵਾਂਗ ਉਹਨਾਂ ਦੀਆਂ ਘੋੜੀਆਂ ਵੀ ਪ੍ਰਸਿੱਧ ਸਨ। ਘੋੜਾ ਭਰਵੀਂ ਆਵਾਜ਼ ਵਾਲੇ ਮਾਲਕ ਨੂੰ ਪਸੰਦ ਕਰਦਾ ਹੈ। ਇਹ ਹੋਰਾਂ ਨੂੰ ਆਪਣੇ ਕੰਨ, ਨੱਕ ਅਤੇ ਨਜ਼ਰ ਰਾਹੀਂ ਪਛਾਣਦਾ ਹੈ। ਜੇ ਘੋੜਾ ਸੁਰੱਖਿਅਤ ਮਹਿਸੂਸ ਨਾ ਕਰੇ ਤੇ ਇਹ ਕੁਝ ਖਾਂਦਾ ਨਹੀਂ। ਸੰਸਾਰ ਵਿੱਚ ਇਸ ਵੇਲੇ 6 ਕਰੋੜ ਘੋੜੇ, 4 ਕਰੋੜ ਖੱਚਰਾਂ ਅਤੇ ਟੱਟੂ ਹਨ, ਜਿਨ੍ਹਾਂ ਵਿੱਚੋਂ ਅੱਧੇ ਅਮਰੀਕਾ ਵਿੱਚ ਹਨ। ਟੱਟੂ ਅਤੇ ਖੱਚਰਾਂ ਘੋੜੇ ਤੇ ਘੋੜੀਆਂ ਦੀਆਂ ਹੋਰ ਨਸਲਾਂ ਨਾਲ ਨਾਜਾਇਜ਼ ਸਬੰਧਾਂ ਵਿੱਚੋਂ ਜਨਮਦੇ ਹਨ ਤੇ ਜਿਨ੍ਹਾਂ ਦੀ ਅੱਗੋਂ ਸੰਤਾਨ ਨਹੀਂ ਹੁੰਦੀ। ਘੋੜਾ ਬਹੁਤ ਹੀ ਸੁਭਾਵਕ ਹੀ ਜਾਣਦਾ ਹੁੰਦਾ ਹੈ ਤਾਂ ਮਾਲਕ ਉਸ ਦੇ ਵਾਧੂ ਕਰਤੱਵ ਸਿਖਾਉਂਦਾ ਹੈ। ਘੋੜਾ ਨਿਤਨੇਮ ਨੂੰ ਪਸੰਦ ਕਰਦਾ ਹੈ। ਹੁਣ ਘੋੜਿਆਂ ਦੇ ਨਾਵਾਂ ਤੇ ਸ਼ਰਾਬਾਂ, ਸੈੱਟ ਆਦਿ ਅਨੇਕਾਂ ਚੀਜ਼ਾਂ ਬਣਦੀਆਂ ਹਨ ਤੇ ਘੋੜਿਆਂ ਤੇ ਕਈ ਨਾਵਲ ਕਹਾਣੀਆਂ ਵੀ ਲਿਖੀਆਂ ਗਈਆਂ ਹਨ। ਵਿਗਿਆਨ ਵਿੱਚ 750 ਵਾਟ ਨੂੰ ਹਾਰਸ ਪਾਵਰ ਕਿਹਾ ਜਾਂਦਾ ਹੈ। ਕਹਿੰਦੇ ਨੇ ਕਿ ਇੱਕ ਵਾਰੀ ਅਬਰਾਹਮ ਲਿੰਕਨ ਨੇ ਅਮਰੀਕਾ ਦੀ ਖਾਨਾ ਜੰਗੀ ਦੌਰਾਨ 105 ਘੋੜੇ ਗਵਾ ਕੇ ਮੁੜਨ ਵਾਲੇ ਆਪਣੇ ਬ੍ਰਿਗੇਡੀਅਰ ਨੂੰ ਝਾੜ ਪਾਉਂਦਿਆਂ ਕਿਹਾ ਸੀ ਕਿ ਬ੍ਰਿਗੇਡੀਅਰ ਤਾਂ ਮੈਂ 5 ਮਿੰਟ ਵਿੱਚ ਫੀਤੀਆਂ ਲਾ ਕੇ ਬਣਾ ਸਕਦਾ ਹਾਂ, ਪਰ 500 ਘੋੜੇ ਇਵੇਂ ਨਹੀਂ ਬਣਦੇ। ਕਈ ਵਾਰੀ ਘੋੜੇ ਦੀ ਉਮਰ ਤੇ ਉਸ ਦੀ ਸਿਹਤ ਉਸਦੇ ਦੰਦਾਂ ਤੋਂ ਪਤਾ ਲੱਗਦੀ ਹੈ ਤੇ ਜਿਹੜੇ ਘੋੜੇ ਦੇ ਦੰਦ ਹਨ ਉਹ ਉਮਰ ਦੇ ਨਾਲ ਹੀ ਘੱਸਦੇ ਅਤੇ ਵਧਦੇ ਰਹਿੰਦੇ ਹਨ। ਬਨਸਪਤੀ ਜੀਵ ਅਤੇ ਕਾਲੇ ਛੋਲੇ ਘੋੜਿਆਂ ਦੀ ਮਨਪਸੰਦ ਖੁਰਾਕ ਹਨ। ਘੋੜਾ ਉਲਟੀ ਨਹੀਂ ਕਰ ਸਕਦਾ, ਸੋ ਕਈ ਜ਼ਹਿਰੀਲੀ ਬੂਟੇ ਖਾਣ ਤੋਂ ਕਾਰਨ ਘੋੜੇ ਮਰ ਜਾਂਦੇ ਹਨ। ਇਸ ਕਰਕੇ ਖੁਰਾਕ ਪੱਖੋਂ ਘੋੜੇ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਇਸ ਦਾ ਜਣੇਪਾ 11 ਮਹੀਨੇ ਦਾ ਹੁੰਦਾ ਹੈ ਤੇ ਜਨਮ ਲੈਂਦਿਆਂ ਹੀ ਇਹ ਖਲੋ ਜਾਂਦੇ ਹਨ। ਨਹੀਂ ਤਾਂ ਮਾਂ ਜ਼ੋਰ ਦੀ ਠੁੱਡਾ ਮਾਰ ਕੇ ਖੜਾ ਕਰ ਦਿੰਦੀ ਹੈ। ਇਹ 5 ਸਾਲਾਂ ਵਿੱਚ ਪੂਰਾ ਜਵਾਨ ਅਤੇ ਹਰੇਕ ਕਾਰਜ ਲਈ ਤਿਆਰ ਹੋ ਜਾਂਦਾ ਹੈ। ਇਸ ਦੀ ਉਮਰ 25 ਤੋਂ 30 ਸਾਲ ਤੱਕ ਹੁੰਦੀ ਹੈ। ਤੰਦਰੁਸਤ ਘੋੜਾ ਅਕਸਰ ਬੈਠਦਾ ਨਹੀਂ, ਇਕੱਲਿਆਂ ਇਹ ਚੌਕੰਨਾ ਹੋ ਕੇ ਸੌਂਦਾ ਹੈ। ਇਹ ਇੱਜੜੀ ਪਸ਼ੂ ਹੈ ਅਤੇ ਝੁੰਡ ਵਿੱਚ ਰਹਿਣਾ ਪਸੰਦ ਕਰਦਾ ਹੈ। ਸਭ ਤੋਂ ਲੰਮੀਆਂ ਅੱਖਾਂ ਘੋੜਿਆਂ ਦੀਆਂ ਹੁੰਦੀਆਂ ਹਨ। ਇਹ ਇੱਕੋ ਵੇਲੇ ਸਭ ਪਾਸੇ ਦੇਖ ਸਕਣ ਕਰਕੇ ਸ਼ਿਕਾਰੀਆਂ ਦਾ ਸਾਥ ਬਣਿਆ। ਨੱਕ ਵਰਤ ਕੇ ਇਹ
ਖਾਣ ਅਤੇ ਨਾ ਖਾਣ ਵਾਲੀਆਂ ਚੀਜ਼ਾਂ ਦਾ ਨਖੇੜਾ ਕਰ ਲੈਂਦਾ ਹੈ ਤੇ ਸੰਕਟ ਵਾਲੀ ਸਥਿਤੀ ਵਿੱਚ ਦੌੜਨ ਜਾਂ ਲੜਨ ਦਾ ਇਹ ਝੱਟ ਫੈਸਲਾ ਕਰਦਾ ਹੈ। ਇਹ ਇੱਕ 2-2 ਅਤੇ 4 ਲੱਤਾਂ ਨਾਲ 15 ਤੋਂ 80 ਕਿਲੋਮੀਟਰ ਦੀ ਰਫ਼ਤਾਰ ਨਾਲ ਦੌੜ ਸਕਦਾ ਹੈ। ਲਗਾਮ ਰਾਹੀਂ ਘੋੜਾ ਮਾਲਕ ਦੀ ਮਨਸ਼ਾ ਸਮਝਦਾ ਹੈ ਅਤੇ ਲਗਾਮ ਰਾਹੀਂ ਮਾਲਕ ਦਾ ਹੌਸਲਾ ਜਾਂ ਝਿਜਕ ਘੋੜੇ ਦੀ ਝਿਜਕ ਜਾਂ ਹੌਸਲਾ ਬਣ ਜਾਂਦੀ ਹੈ। ਮਾਹਰ ਘੋੜਸਵਾਰ ਦੀ ਮਨਸ਼ਾ ਨੂੰ ਘੋੜਾ ਇੰਨੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਘੋੜਾ ਅੰਤਰਜਾਮੀ ਪ੍ਰਤੀਤ ਹੁੰਦਾ ਹੈ। ਇਸੇ ਲਈ ਬਹਾਦਰ ਇਸ ਨੂੰ ਆਪਣਾ ਸਾਥੀ ਬਣਾਉਂਦੇ ਹਨ। ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਹਨ ਕਿ ਪੁਰਾਣੇ ਵੇਲਿਆਂ ਵਿੱਚ ਘੋੜੇ ਦੀ ਸਵਾਰੀ ਨਾਲ ਕੋਈ ਬਹਾਦਰ ਨਹੀਂ ਸੀ ਬਣਦਾ, ਉਦੋਂ ਇਸ ਦੀ ਸਵਾਰੀ ਹੀ ਬਹਾਦਰ ਕਰਦੇ ਹੁੰਦੇ ਸਨ। ਘੋੜ ਦੌੜਾਂ ਵਾਲੇ ਘੋੜਿਆਂ ਦੀਆਂ ਜਨਮ ਪੱਤਰੀਆਂ ਅਤੇ ਜੀਵਨੀਆਂ ਛਪਦੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਲੋਕ ਉਹਨਾਂ ਤੇ ਸ਼ਰਤਾਂ ਲਗਾਉਂਦੇ ਹਨ ਅਤੇ ਹਰ ਇੱਕ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਸ ਵਾਲਾ ਘੋੜਾ ਹੀ ਅਵਲ ਆਵੇਗਾ। ਆਪ ਬਹਾਦਰ ਹੋਣ ਕਰਕੇ ਘੋੜਾ ਬਹਾਦਰਾਂ ਦੀ ਸਵਾਰੀ ਪਸੰਦ ਕਰਦਾ ਹੈ। ਹੁਣ ਘੋੜੇ ਨਹੀਂ ਰਹੇ, ਇਸੇ ਕਰਕੇ ਬਹਾਦਰ ਨਹੀਂ ਰਹੇ। ਜਿੱਧਰ ਗਏ ਘੋੜੇ ਘੋੜੀਆਂ, ਉੱਧਰ ਗਈਆਂ ਦਲੇਰੀਆਂ ਤੇ ਬਹਾਦਰੀ। ਮੈਂ ਵਰਿੰਦਰਪਾਲ ਸਿੰਘ ਗਿੱਲ ਤੇ ਨਰਿੰਦਰ ਸਿੰਘ ਕਪੂਰ ਹੋਣਾ ਦੀ ਕਿਤਾਬ ਬੁਨਿਆਦਾਂ ਦੇ ਵਿੱਚੋਂ